ਮੜੀਆਂ ਦਾ ਦੀਵਾ। ਸ਼ਿਕਰ ਦੁਪਹਿਰੀ ਸਰੋਟਾਂ ਦੇ ਜ਼ਖੀਰੇ ਦੇ ਅੰਦਰੋਂ ਅੰਦਰ ਕੋਈ ਟੁਰਿਆ ਜਾਂਦਾ ਸੀ। ਹਾੜ ਦੀ ਧੁੱਪ ਤੇ ਸਾਹ ਫੁੱਟ ਗੁੰਮ ਦਾ ਚਾਰ ਚਫੇਰੀ ਪੈਰਾ ਸੀ। ਉਹ ਜੋ ਵੀ ਕੋਈ ਸੀ, ਉਹਦੇ ਪੈਰਾਂ ਦੀ ਆਵਾਜ਼ ਤੋਂ ਸ਼ਾਇਦ ਇਸ ਜ਼ਖੀਰੇ ਦੇ ਸਾਰੇ ਸੱਪ, ਬਿੱਛੂ, ਘੁੜਿਆਲੇ ਵਾਕਿਫ ਸਨ, ਤਾਂ ਕਰਕੇ ਰਾਹ ਛੱਡ ਦਿੰਦੇ ਸਨ। ਹੋਰੇ ਕਿੰਨੇ ਵਰਿਆਂ ਤੋਂ ਇਸ ਰਾਹ ਤੇ ਬਸ ਇੱਕੋ ਜੀ ਦੇ ਪੈਰ ਪੈਂਦੇ ਸਨ, ਜੋਗਨ ਦੇ ਪੈਰ। ਸਰੋਟਾਂ ਨੂੰ ਲਾਂਘਦੀ, ਕੰਡਿਆਂ ਤੋਂ ਬਚਦੀ ਬਚਾਂਦੀ ਜੋਗਨ ਹੁਣ ਦਰਖਤਾਂ ਦੇ ਰੁੱਖਾਂ ਵੱਲ ਮੁੜ ਗਈ। ਉਹਦੇ ਸੱਜੇ ਹੱਥ ਵਿੱਚ ਲਾਲ ਕੱਪੜੇ ਵਿੱਚ ਬੰਨੀਆਂ ਤੰਦੂਰੀ ਦੀਆਂ ਰੋਟੀਆਂ ਸਨ ਤੇ ਖੱਬੇ ਹੱਥ ਨਾਲ ਉਹਨੇ ਸਿਰ ਤੇ ਰੱਖਿਆ ਘੜਾ ਸਾਂਭਿਆ ਦਾ ਸੀ। ਰੁੱਖਾਂ ਦੇ ਅੰਦਰ ਕਰਕੇ ਜਦੋਂ ਉਹਨੂੰ ਖਜੂਰਾਂ ਦੇ ਪੱਤਰਾਂ ਤੇ ਮਿੱਟੀ ਦਾ ਬੰਨਿਆ ਨਿੱਕਾ ਜਿਹਾ ਕੋਠਾ ਦਿਸਿਆ ਤੇ ਉਹਨੇ ਸਿਰ ਤੋਂ ਘੜਾ ਲਾ ਕੇ ਥੱਲੇ ਰੱਖਿਆ। ਫੇਰ ਓਕ ਵਿੱਚ ਥੋੜਾ ਥੋੜਾ ਪਾਣੀ ਲੈ ਕੇ ਵਜ਼ੂ ਕਰਨ ਲੱਗੀ। ਰੁੱਖਾਂ ਵਿੱਚ ਛਾਂ ਵੀ ਸੀ ਤੇ ਮਿੱਠੀ ਮਿੱਠੀ ਖੁਨਕੀ ਵੀ ਆਪਣੇ ਹੋਣ ਦਾ ਪਤਾ ਦੇ ਰਹੀ ਸੀ। ਸਾਈਂ ਕਾਲੀ ਚੱਦਰ ਨਾਲ ਮੂੰਹ ਪੂੰਝਦੀ ਉਹ ਉੱਚੀ ਆਵਾਜ਼ ਵਿੱਚ ਸਾਈਂ ਦਾ ਨਾਂ ਲਿਆ ਤੇ ਕੱਚੇ ਕੋਠੇ ਵਿੱਚੋਂ ਅੰਦਰ ਆਣ ਦਾ ਇਜ਼ਨ ਹੋਇਆ। ਲਾਂਗਾ। ਰੁੱਖਾਂ ਵਿੱਚ ਬੈਠੇ ਪਖੇਰੂ ਖੁੱਲੀਆਂ ਚੁੰਝਾਂ ਲੈ ਕੇ ਪਾਣੀ ਦੇ ਟੋਏ ਕੋਲ ਆ ਬੈਠੇ। ਸਾਈਂ ਟੁੱਕਰ ਖਾ ਲੈ। ਅੰਦਰ ਠੰਡਾ ਠਾਰ ਹਨੇਰਾ ਸੀ। ਉਹਨੂੰ ਸਾਈਂ ਦਿਸਿਆ ਤੇ ਨਹੀਂ, ਪਰ ਜਿਸ ਕੋਨੇ ਵਿੱਚ ਉਹਦੀ ਗੁਦੜੀ ਪਈ ਹੁੰਦੀ ਸੀ, ਉਸ ਵੱਲ ਮੂੰਹ ਕਰਕੇ ਜੋਗਨ ਨੇ ਆਵਾਜ਼ ਲਾਈ। ਹੌਲੇ ਹੌਲੇ ਉਹਦੀਆਂ ਲੂ ਦੀ ਆਦੀ ਅੱਖਾਂ ਹਨੇਰੇ ਨਾਲ ਤਾਲਮੇਲ ਕੀਤਾ ਤੇ ਕੋਠੇ ਦੇ ਅੰਦਰ ਵੀ ਥੋੜਾ ਥੋੜਾ ਚਾਨਣ ਹੋ ਗਿਆ। ਨੀਲੀ ਤੇ ਲਾਲ ਡੱਬੀਆਂ ਵਾਲੀ ਚੱਦਰ ਨਾਲ ਹਮੇਸ਼ਾ ਤਰ੍ਹਾਂ ਸਾਈਂ ਦਾ ਅੱਧਾ ਮੂੰਹ ਢਕਿਆ ਹੋਇਆ ਸੀ ਤੇ ਇੱਕ ਬੇਨੂਰ ਅੱਖ, ਨੱਕ ਤੇ ਕੰਨ ਦਾ ਕੁਝ ਹਿੱਸਾ ਵਿਖਾਈ ਪੈਂਦਾ ਸੀ। ਜੋਗਨ ਨੇ ਰੁਮਾਲ ਖੋਲ ਕੇ ਰੋਟੀ ਵਿੱਚ ਲਪੇਟਿਆ ਅੰਬ ਦਾ ਅਚਾਰ ਤੇ ਤਨੂਰ ਅੰਦਰ ਬੁਬਲ ਕੀਤਾ ਹੋਇਆ ਪਿਆਜ਼ ਸਾਈਂ ਦੇ ਸਾਹਮਣੇ ਧਰਿਆ, ਨਾਲ ਘੜੇ ਦੇ ਪਾਣੀ ਨਾਲ ਸਕੋਰੀ ਭਰ ਕੇ ਰੱਖੀ ਤੇ ਇੱਕ ਕੋਨੇ ਵਿੱਚ ਬਹਿ ਕੇ ਸਾਈਂ ਨੂੰ ਖਾਂਦਿਆਂ ਵੇਖਦੀ ਰਹੀ। ਤੂੰ ਰੋਜ਼ ਕਿਉਂ ਆ ਜਾਂਦੀ ਏ? ਸਾਈਂ ਨੇ ਰੋਜ਼ ਦੀ ਤਰ੍ਹਾਂ ਅੱਜ ਵੀ ਪੁੱਛਿਆ ਤੇ ਜੋਗਨ ਵੀ ਰੋਜ਼ ਵਾਲਾ ਜਵਾਬ ਦਿੱਤਾ, ਤੈਨੂੰ ਰੋਟੀ ਖਵਾਣ। ਡਰ ਨਹੀਂ ਲੱਗਦਾ? ਇਹ ਸਵਾਲ ਨਵਾਂ ਸੀ, ਪਰ ਜੋਗਨ ਹੱਸ ਪਈ। ਡਰਨਾ ਕਿਸ ਸ਼ੈ ਤੋਂ ਸਾਈਂ? ਸੱਪ, ਬਿੱਛੂ, ਦਮੂਹੇ ਤੇ ਘੁੜਿਆਲੇ ਰੱਬ ਸੋਹਣੇ ਦੇ ਹੁਕਮ ਬਗੈਰ ਬੰਦੇ ਦੇ ਨੇੜੇ ਨਹੀਂ ਆਉਂਦੇ। ਸਾਈਂ ਰੋਟੀ ਖਾ ਕੇ ਹੁਣ ਪਾਣੀ ਪੀ ਰਿਹਾ ਸੀ। ਇਹ ਡਰਨ ਵਾਲੀ ਮਖਲੂਕ ਨਹੀਂ ਜੋਗਨ। ਡਰਨਾ ਬੰਦਿਆਂ ਕੋਲੋਂ ਪੈਂਦਾ ਹੈ, ਔਰ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਜ਼ੁਬਾਨਾਂ ਤੋਂ ਡਰਨਾ ਚਾਹੀਦਾ ਹੈ। ਤੂੰ ਸੁਣਿਆ ਨਹੀਂ, ਬਦਨਾਮੀ ਦੇ ਪੈਰ ਨਹੀਂ ਹੁੰਦੇ, ਪਰ ਹਨੇਰੀ ਦੇ ਅੱਗੇ ਅੱਗੇ ਟੁਰਦੀ ਹੈ ਬਦਨਾਮੀ, ਤੇ ਬਦਨਾਮੀ ਕੋਲੋਂ ਡਰਨਾ ਹੀ ਚੰਗਾ। ਸਾਈਂ ਨੇ ਕੱਚੀ ਕੰਧ ਨਾਲ ਢੋ ਲਾ ਕੇ ਮੂੰਹ ਅੱਗੇ ਚੱਦਰ ਕਰ ਲਈ। ਉਹ ਉੱਠੀ, ਰੁਮਾਲ ਸਾਂਭ ਕੇ ਪਾਸੇ ਰੱਖਿਆ, ਫਿਰ ਦੂਸਰੀ ਕੰਧ ਨਾਲ ਟੇਕ ਲਾ ਕੇ ਬਹਿ ਗਈ। ਬਾਹਰ ਰੁੱਖਾਂ ਅੰਦਰ ਪਖੇਰੂ ਕੂਕਦੇ ਰਹੇ। ਸਾਈਂ, ਮੈਂ ਤੇ ਜੋਗਨ ਆ, ਸਾਰਾ ਜੱਗ ਜਾਣਦਾ ਏ ਮੈਂ ਜੋਗੀ ਲੱਭਦੀ ਫਿਰਦੀ ਆ, ਪਰ ਉਹ ਹੱਥ ਨਹੀਂ ਆਂਦਾ। ਹਰ ਰਾਤ ਦੀਵੇ ਨਾਲ ਅੱਖਾਂ ਬਾਲ ਕੇ ਪਿੰਡ ਦੀ ਹਰ ਰਾਤ ਇਹ ਜੋਗੀ ਜੋਗੀ ਕੂਕਦੀਆਂ ਸਾਈਂ, ਪਰ ਉਹ ਮੁੜਦਾ ਹੀ ਨਹੀਂ। ਜੋਗਨ ਨੂੰ ਕੀ ਲੱਗੇ ਬਦਨਾਮੀ ਨਾਲ? ਸਾਈਂ, ਤੂੰ ਤੇ ਆਪ ਕਲਰਾਠੀ ਹੋਇਆ ਏ। ਉਂਗਲ ਉਂਗਲ ਵਿਛੋੜੇ ਦਾ ਕਲਰ ਤੈਨੂੰ ਚੱਟ ਕੇ ਚਿੱਟਾ ਕਰ ਗਿਆ ਏ ਤੇ ਤੇਰੀਆਂ ਅੱਖਾਂ ਨੂੰ ਹਿਜਰ ਨੇ ਖਾ ਲਿਆ ਏ। ਸਾਨੂੰ ਕੀ ਖੌਫ ਬਦਨਾਮੀ ਦਾ? ਸਿਰ ਨੀਵਾਂ ਕਰਕੇ ਉਹ ਬੋਲਦੀ ਰਹੀ। ਸਾਈਂ ਚੁੱਪ ਕੀਤਾ ਰਿਹਾ। ਕੁਝ ਦੇਰ ਲਈ ਚੁੱਪ ਦਾ ਠੀਪਾ ਕੋਠੇ ਅੰਦਰ ਗੋਲ ਗੋਲ ਘੁੰਮਦਾ ਰਿਹਾ। ਫਿਰ ਸਾਈਂ ਨੇ ਉਹਨੂੰ ਰੋਕ ਲਿਆ। ਕੋਈ ਗੱਲ ਸੁਣਾ, ਕੋਈ ਕਹਾਵਤ ਕਰ। ਅੱਜ ਜੀ ਬੜਾ ਹੀ ਰੋਗੀ ਹੈ ਜੋਗਨ। ਖੈਰ ਹੋਵੇ ਸਾਈਂ, ਅੱਜ ਤੇ ਤੂੰ ਆਪ ਜੋਗਨ ਨੂੰ ਕਿੱਸਾ ਕਰਨ ਦਾ ਇਜ਼ਨ ਦੇ ਦਿੱਤਾ। ਉਹਨੇ ਸਾਈਂ ਵੱਲ ਵੇਖਿਆ। ਅੱਜ ਮੇਰਾ ਜੀ ਵੀ ਬੜਾ ਬੈਠਿਆ ਜਾਂਦਾ ਏ। ਗੱਲ ਹੀ ਉਹ ਕੰਨ ਪੈ ਗਈ ਹੈ ਸਾਈਂ ਕਿ ਦਿਲ ਡੁੱਬਦਾ ਜਾਂਦਾ ਏ। ਇਹ ਲੱਗਣ ਦੀ ਲੂ, ਇਹ ਇਸ਼ਕ ਦਾ ਜ਼ਹਿਰ ਸਾਈਂ। ਨਾ ਉਮਰਾਂ ਵੇਖਦੇ, ਨਾ ਹੁਸਨ, ਨਾ ਜਵਾਨੀ, ਨਾ ਸ਼ਾਨਾ, ਨਾ ਜ਼ਾਤਾਂ। ਡਾਢੇ ਜ਼ਾਲਮ। ਸਾਈਂ, ਅੱਜ ਮੈਨੂੰ ਖਬਰ ਹੋਈ ਪਿੰਡ ਦੇ ਖੂਹ ਖਾਰੇ ਕਿਉਂ ਹੋ ਗਏ ਨੇ ਤੇ ਚੌਧਰੀਆਂ ਦੀ ਹਵੇਲੀ ਨੂੰ ਕਿਹੜੇ ਕਲਰ ਨੇ ਚੱਟ ਲਿਆ। ਸਾਈਂ ਦੇ ਮੱਥੇ ਉੱਤੇ ਇੱਕ ਨੀਲੀ ਰਗ ਫੜਕਣ ਲੱਗੀ। ਕਿਸ ਨੇ ਖਬਰ ਦਿੱਤੀ ਹੈ ਤੈਨੂੰ ਜੋਗਨ? ਚੌਧਰੀ ਦੀ ਹਵੇਲੀ ਦੇ ਉਜਾੜ ਵੇਲੇ ਤੇ ਤੂੰ ਹੋਰੇ ਅੱਖਾਂ ਵੀ ਨਹੀਂ ਖੋਲੀਆਂ ਸਨ। ਸਾਈਂ ਦੇ ਗਲੇ ਅੰਦਰ ਹੋਰੇ ਕੋਈ ਜ਼ਖਮੀ ਪਖੇਰੂ ਫੜਕਦਾ ਸੀ। ਨਾ ਸਾਈਂ, ਮੈਂ ਹਰ ਦੌਰ, ਹਰ ਜ਼ਮਾਨੇ ਅੰਦਰ ਹਰ ਇਸ਼ਕ ਦੀ ਗਵਾਹ ਰਹੀ ਹਾਂ। ਕਦੀ ਸੋਨੀ ਦੇ ਘੜੇ ਦੀ ਸੂਰਤ, ਕਦੀ ਰਾਂਝੇ ਦੀ ਵੰਜਲੀ ਬਣ ਕੇ ਸਭ ਕੁਝ ਸੁਣਿਆ ਏ। ਮੈਂ ਤਾਂ ਸੱਸੀ ਦਾ ਬੰਭੋਰ ਵੀ ਲੁੱਟਦਾ ਵੇਖਿਆ ਏ ਸਾਈਂ, ਤੇ ਮਰ ਵੀ ਜਿਹੜੀ ਆਪਣੀਆਂ ਮਾਰਵਾਂ ਤੇ ਆਪਣੇ ਥਲ ਨੂੰ ਰੋਂਦੀ ਮਰ ਗਈ। ਮੈਂ ਉਹਦੇ ਜਾਂਦੇ ਸਾਹ ਵੀ ਸੁਣੇ ਨੇ, ਪਰ ਨਾ ਬੋਲਣ ਦਾ ਇਜ਼ਨ ਹੋਇਆ, ਨਾ ਅੰਤ ਅਖੀਰ ਬਦਲਣ ਦੀ ਇਜਾਜ਼ਤ ਲੱਭੀ। ਤੇ ਸਾਈਂ, ਨਿੱਕੀ ਚੁਦਰੈਣ ਦਾ ਕਿੱਸਾ ਤੇ ਐਡਾ ਪੁਰਾਣਾ ਵੀ ਨਹੀਂ। ਉਹ ਹੌਲੇ ਹੌਲੇ ਬੋਲੀ ਗਈ। ਸਾਈਂ ਜਾਣਦਾ ਸੀ ਉਹਨੇ ਹੁਣ ਆਪਣੇ ਆਪ ਅੰਦਰ ਨਹੀਂ ਰਹਿਣਾ। ਉਹ ਕੰਧ ਨਾਲ ਢੋ ਲਾ ਕੇ ਕਿੱਸੇ ਦੇ ਠੀਪੇ ਚੁਣਨ ਲੱਗਾ। ਸਾਈਂ, ਉਹ ਵੱਡੇ ਚੌਧਰੀ ਦੀ ਸਭ ਤੋਂ ਨਿੱਕੀ ਤੇ ਸਾਰਿਆਂ ਤੋਂ ਲਾਡਲੀ ਔਲਾਦ ਸੀ। ਸੂਰਤ ਐਸੀ ਕਿ ਚੁਦਰੈਣ ਕਦੀ ਅੱਖ ਭਰ ਕੇ ਵੀ ਨਾ ਵੇਖਿਆ ਉਹਨੂੰ, ਹੋਰੇ ਨਜ਼ਰ ਨਾ ਲੱਗ ਜਾਵੇ। ਵੱਡੀ ਹਵੇਲੀ ਅੰਦਰ ਭਿਸ਼ਤਾ ਉੱਤੋਂ ਹੂਰ ਨੇ ਅੱਡੀ ਰੱਖੀ ਸੀ।
ਦੁੱਧ ਦੇ ਕਟੋਰੇ ਅੰਦਰ ਗੁਲਾਬ ਦੇ ਫੁੱਲਾਂ ਦਾ ਗਰੂਰ ਰਲਾ ਕੇ ਉਹਦੇ ਮੁਖ ਨੂੰ ਰੱਬ ਨੇ ਬਣਾਇਆ ਸੀ ਸਾਈਂ, ਪਰ ਹੁਸਨ ਦਾ ਘਾਟਾ ਤੇ ਹਵੇਲੀ ਦੇ ਅੰਦਰ ਕਦੀ ਵੀ ਨਾ ਰਿਹਾ ਸੀ। ਪੁੱਛ ਜ਼ਰਾ ਸਾਈਂ ਕਿ ਖਾਸ ਕੀ ਹੋਇਆ? ਉਹਨੇ ਸਾਈਂ ਵੱਲ ਤੱਕਿਆ ਜੋ ਸਰ ਨੀਵਾ ਕੀਤੇ ਕੱਚੀ ਮਿੱਟੀ ਤੇ ਉਂਗਲ ਫੇਰ ਰਿਹਾ ਸੀ। ਉਹਨੇ ਜਵਾਬ ਨਾ ਦਿੱਤਾ ਤੇ ਜੋਗਣ ਫੇਰ ਬੋਲਣਾ ਸ਼ੁਰੂ ਕੀਤਾ। ਖਾਸ ਉਹਦਾ ਦਿਲ ਸੀ, ਨਰਮ ਤੇ ਨਾਜ਼ੁਕ ਕਲਬ, ਜੋ ਹਵੇਲੀ ਵਾਲਿਆਂ ਨੂੰ ਰੱਬ ਨੇ ਉਸ ਤੋਂ ਪਹਿਲਾਂ ਨਹੀਂ ਦਿੱਤਾ ਸੀ, ਨਾ ਉਸ ਤੋਂ ਬਾਅਦ ਕਿਸੇ ਮਿਲਿਆ। ਹਰ ਇੱਕ ਦੀ ਤਕਲੀਫ ਤੇ ਤੜਫਣ ਵਾਲੀ, ਹਰ ਅਥਰੂ ਨੂੰ ਆਪਣੀ ਅੱਖ ਅੰਦਰ ਸਮੇਟਣ ਵਾਲੀ ਤੇ ਚਿੜੀਆਂ ਕਾਵਾਂ ਨੂੰ ਨੂਰ ਪੀਰ ਵੇਲੇ ਭੋਰੇ ਖਵਾਣ ਪਾਣੀ ਪਿਆਣ ਵਾਲੀ ਨਿੱਕੀ ਚੁਦਰੈਣ ਆਪਣੀ ਹਿਆਤੀ ਦੇ 16 ਚੰਨ ਵੇਖ ਚੁੱਕੀ ਤੇ ਇੱਕ ਰਾਤ ਸੁੱਤੀ ਹੋਈ ਨਿੱਕੀ ਚੁਦਰੈਣ ਦੇ ਅੰਦਰ ਰਾਂਝਣ ਆ ਵਸਿਆ। ਇਸ਼ਕ ਦਾ ਦੀਵਾ ਰੱਬ ਜਾਣੇ ਕਿਸ ਵੇਲੇ ਉਸ ਅੰਦਰ ਵੜਿਆ, ਬੇਖਬਰੀ ਨਾ ਸਮਝੀ ਤੇ ਸਾਈਂ ਉਹ ਮਲੂਕ ਜਿੰਦੜੀ ਉਹ ਹਿਰਨ ਬਣ ਗਈ ਜਿਹਦਾ ਨਾਜ਼ੁਕ ਗਾਟਾ ਸ਼ਿਕਾਰੀ ਦੇ ਤੀਰ ਨੂੰ ਲੱਭਦਾ ਫਿਰਦਾ ਏ। ਉਹਨੇ ਹੱਥ ਵਿੱਚ ਇਸ਼ਕ ਦੀ ਕਟਾਰ ਫੜੀ ਤੇ ਆਪਣਾ ਕਾਤਲ ਲੱਭਣ ਲੱਗੀ, ਪਰ ਸਾਈਂ ਅਜੋ ਉਹਨੂੰ ਖਬਰ ਨਹੀਂ ਸੀ ਕਿ ਅੰਦਰ ਇਸ਼ਕ ਡੇਰਾ ਲਾ ਲਿਆ ਏ। ਉਹ ਕਮਲੀ ਰੋਜ਼ ਤਰ੍ਹਾਂ ਹੱਸਦੀ ਖੇਡਦੀ ਰਹੀ। ਚੁਦਰੈਣ ਤੋਂ ਫਰਮੈਸ਼ ਕਰਕੇ ਆਤਸ਼ੀ ਗੁਲਾਬੀ ਪਰਾਂਦਾ ਪਵਾਇਆ, ਕਾਲੇ ਸੂਟ ਤੇ ਚਾਂਦੀ ਦੇ ਬਟਨ ਲਵਾਏ ਤੇ ਪੰਖੜੀਆਂ ਵਰਗੇ ਪੈਰਾਂ ਨੂੰ ਰੰਗ ਰੰਗੀਲੇ ਖੁੱਸੇ ਅੰਦਰ ਫਸਾ ਕੇ ਉਹ ਸਤਰੰਗੀ ਤਿਤਲੀ ਬਣੀ ਹਵੇਲੀ ਅੰਦਰ ਉੱਡਦੀ ਰਹੀ। ਚਿੜੀਆਂ ਕਾਵਾਂ ਨੂੰ ਭੋਰੇ ਖਵਾਂਦੀ, ਪਾਣੀ ਪਿਆਂਦੀ, ਹਵੇਲੀ ਦੇ ਤਾਕਾਂ ਅੰਦਰ ਦੀਵੇ ਵਾਲ-ਵਾਲ ਕੇ ਰੱਖਦੀ ਰਹੀ। ਦਿਨ ਲੰਘਦੇ ਰਹੇ, ਸ਼ਾਮਾਂ ਪੈਂਦੀਆਂ ਤੇ ਉਹਦਾ ਜੀ ਬੜਾ ਬੇਚੈਨ ਹੋ ਉੱਠਦਾ। ਉਹਨੂੰ ਸਮਝ ਨਾ ਆਉਂਦੀ ਕਿ ਆਖਰ ਉਹ ਕਿਸ ਦੀ ਰਾਹ ਉਡੀਕਦੀ ਏ, ਕੋਈ ਵੀ ਤੇ ਆਉਣ ਵਾਲਾ ਨਹੀਂ, ਤੇ ਫਿਰ ਸ਼ਾਮ ਵੇਲੇ ਦੀਵਾ ਬਾਲਣ ਵਾਲੀ ਜਲਦੀ ਕਿਉਂ ਹੁੰਦੀ ਏ? ਕਿਹਦੇ ਰਾਹ ਭੁੱਲਣ ਦਾ ਡਰ ਉਹਨੂੰ ਸੌਣ ਨਹੀਂ ਦਿੰਦਾ। ਹੋਲੇ ਹੋਲੇ ਉਹਨੂੰ ਚੁੱਪ ਲੱਗਦੀ ਗਈ। ਵੱਡੀਆਂ ਭੈਣਾਂ ਸਹੁਰਿਓਂ ਆਉਂਦੀਆਂ ਤੇ ਆਪਣੀ ਨਿੱਕੀ ਨੂੰ ਚੁੱਪ ਵੇਖ ਕੇ ਚੁਦਰੈਣ ਦੇ ਸਿਰ ਹੋ ਜਾਂਦੀਆਂ, ਬੇਬੇ ਨਿੱਕੀ ਦਾ ਬਾਹਰ ਕਿਉਂ ਨਹੀਂ ਲੱਭਦੀ? ਵੇਖ ਕਮਲਾਈ ਜਾਂਦੀ ਏ। ਅਕਲਾਪਾ ਭੈੜੀ ਸ਼ੈ ਹੈ ਬੇਬੇ। ਇਸ ਹਵੇਲੀ ਅੰਦਰ ਜੰਜਾਂ ਚੜਾਉਣ ਦੇ ਅਰਮਾਨ ਤੇ ਸਾਰੇ ਅੱਬੇ ਦੀਆਂ ਦੁਸ਼ਮਣੀਆਂ ਤੇ ਸ਼ਰੀਕਾ ਖਾ ਗਿਆ। ਉਹ ਨਿੱਕੀ ਦੀ ਚੁੱਪ ਨੂੰ ਰੋਂਦੀਆਂ ਰੋਂਦੀਆਂ ਚਾਰ ਚਾਰ ਕੜੀਅਲ ਸ਼ੇਰ ਜਵਾਨਾਂ ਭਰਾਵਾਂ ਦੀ ਮਈਅਤ ਸਹਾਣੇ ਜਾ ਬੈਠਦੀਆਂ ਜੋ ਚੌਧਰੀਆਂ ਦੇ ਝਗੜੇ ਤੇ ਕੁਰਬਾਨ ਹੋ ਗਏ ਸੀ। ਚੁਦਰੈਣ ਸੋਨੇ ਦੀਆਂ ਚੂੜੀਆਂ ਵਾਲੀ ਬਾਹ ਅੱਖਾਂ ਉੱਤੇ ਰੱਖ ਲੈਂਦੀ ਤੇ ਭੈਣਾਂ 2-4 ਦਿਨਾਂ ਬਾਅਦ ਆਪਣੇ ਆਪਣੇ ਘਰ ਟੁਰ ਜਾਂਦੀਆਂ। ਪਿੱਛੇ ਰਹਿ ਜਾਂਦੀ ਤੇ ਨਿੱਕੀ ਚੁਦਰੈਣ ਲੰਮੀਆਂ ਲੰਮੀਆਂ ਉਤਾਕਾਂ ਅੰਦਰ ਗਰਮ ਦੁਪਹਿਰਾਂ ਦੀ ਲੂ ਬਣ ਕੇ ਫਿਰਦੀ ਰਹਿੰਦੀ। ਚੌਧਰੀ ਜ਼ਮੀਨਾਂ ਦੇ ਫਸਲਾਂ ਦੇ ਖੂਹਾਂ ਦੇ ਝਗੜੇ ਨਵੇੜਦਾ ਰਿਹਾ। ਹਾੜੀਆਂ ਮਜ਼ਾਰਿਆਂ ਤੇ ਕਮੀਆਂ ਦੇ ਲਹੂ ਚੂਸ ਚੂਸ ਕੇ ਭੜੋਲੇ ਭੰਡਾਰ ਭਰਦਾ ਰਿਹਾ। ਸੂਤ ਥੱਲੇ ਸਿਸਕਦੇ ਲੋਕਾਂ ਦੀ ਕੁੱਲੀ ਜਲੀ ਕੋਠੇ ਤੇ ਜ਼ਮੀਨ ਕਬਜ਼ਾਂਦਾ ਰਿਹਾ ਤੇ ਚੁਦਰੈਣ ਰਜ਼ਾਈਆਂ ਤਲਾਈਆਂ ਨੂੰ ਨਗੰਦੇ ਭਰਾਂਦੀ, ਅਚਾਰ ਦੀਆਂ ਮਿਰਚਾਂ ਕਟਾਂਦੀ, ਕਣਕ ਦੇ ਟੋਪੇ ਭਰਾਂਦੀ ਰਹੀ ਤੇ ਨਿੱਕੀ ਅੰਦਰ ਇਸ਼ਕ ਪਲਦਾ ਰਿਹਾ। ਫੇਰ ਸਾਈਂ ਆਖਰ ਇੱਕ ਦਿਨ ਆਉਂਦਾ ਏ ਕਿ ਤੁਖਮ ਅੰਦਰ ਲੁਕਿਆ ਬੂਟਾ ਆਖਰ ਬਾਹਰ ਨਿਕਲ ਆਉਂਦਾ ਏ। ਨਿੱਕੀ ਜੋ ਹਰ ਦਿਨ ਰਾਂਝਣ ਉਡੀਕਦੀ ਸੀ, ਚੁਬਾਰਿਆਂ ਦੀਆਂ ਮੋਰੀਆਂ ਅੰਦਰੋਂ ਉਸ ਦੀ ਰਾਹ ਵੇਖਦੀ ਸੀ ਜਿਹਨੂੰ ਉਸਨੇ ਕਦੀ ਵੇਖਿਆ ਵੀ ਨਹੀਂ ਸੀ, ਆਖਰ ਉਹਦੇ ਸਾਹਮਣੇ ਆਉਣ ਦਾ ਵੇਲਾ ਵੀ ਆ ਗਿਆ। ਉਸ ਕਮਲੀ ਨੂੰ ਖਬਰ ਹੀ ਨਹੀਂ ਸੀ ਨਾ ਸਾਈਆਂ ਉਹ ਰਾਂਝਣ ਦੀ ਝੋਕ ਲੱਭਦੀ ਫਿਰਦੀ ਸੀ। ਜੰਗੜ ਬੇਲਾ ਹੋਵੇ ਜਾਂ ਸਰੋਟਾਂ ਦਾ ਜ਼ਖੀਰਾ ਜਿੱਥੇ ਦੋਮੂਹੇ ਸਾਹ ਕਰਦੇ ਫਿਰਦੇ ਸੀ, ਵਾਹ ਬਰੋਲਿਆਂ ਦੇ ਵਿੱਚੋਂ ਵਿੱਚ ਉਹ ਰਾਂਝਣ ਦੀ ਕੁੱਲੀ ਲੱਭਣ ਵਾਲੀ ਤੇ ਆਪਣੇ ਅੰਦਰ ਹੀ ਸਾਰਾ ਭੇਤ ਕੁੰਡਲ ਮਾਰੇ ਬੈਠਿਆ ਸੀ। ਉਹਦੇ ਮੱਥੇ ਦੀਆਂ ਲੀਕਾਂ ਵਿੱਚ, ਉਹਦੇ ਹੱਥਾਂ ਦੀਆਂ ਤਲੀਆਂ ਵਿੱਚ ਬੇਹਦਾਇਤੇ ਬਾਲ ਵਾਂਗੋਂ ਲੁਕਣ ਮਿੱਠੀ ਖੇਡਣ ਵਾਲਾ ਰਾਂਝਣ ਉਹਨੂੰ ਹਾੜ ਦੇ ਸਾਹ ਗੁੱਟ ਦਮ ਫੁੱਟ ਦਿਨਾਂ ਵਿੱਚ ਨਜ਼ਰ ਆਇਆ ਤੇ ਟਾਲੀ ਦੀ ਪੀਂਗ ਉੱਤੇ ਸਰੋਂ ਦੇ ਪੀਲੇ ਫੁੱਲ ਹੀ ਫੁੱਲ ਹੋ ਗਏ। ਉਹਦੀ ਕਾਲੀ ਚੁੰਨੀ ਵਿੱਚ 7 ਸਮਾਨਾਂ ਦੇ ਸਾਰੇ ਤਾਰੇ ਚਮਚਮ ਕਰਦੇ ਸੀ ਤੇ ਕਾਲੀ ਕਮੀਜ਼ ਦੇ ਗਲ ਨਾਲ ਟੰਗੇ ਬਟਨਾਂ ਵਿੱਚੋਂ ਤੂਰ ਦਾ ਨੂਰ ਲਾਟਾ ਮਾਰਦਾ ਸੀ। ਉਸ ਸ਼ੁਦੈਣ ਨੇ ਉਹਨੂੰ ਵੇਖਿਆ ਤੇ ਕਲੇਜਾ ਫੜ ਕੇ ਚਿੱਕ ਨਾਲ ਬਹਿ ਗਈ। ਸ਼ਾਮਾਂ ਤੋਂ ਪਹਿਲੇ ਪਹਿਲੇ ਪਿੰਡ ਵਿੱਚ ਨਿੱਕੀ ਚੁਦਰੈਣ ਦੇ ਤਾਪ ਦੇ ਚਰਚੇ ਹੋ ਗਏ। ਉਹਦਾ ਲਹੂ ਮੁੰਜੀ ਦੀਆਂ ਪੈਲੀਆਂ ਅੰਦਰ ਖਲੋਤੇ ਪਾਣੀ ਵਾਂਗੂ ਖੋਲਦਾ ਸੀ ਤੇ ਫੁੱਲਾਂ ਵਰਗੇ ਬੁੱਲ ਸੁੱਕੇ ਪੱਤਿਆਂ ਤਰ੍ਹਾਂ ਕੰਬਦੇ ਸੀ। ਚੁਦਰੈਣ ਨੇ ਹੱਥ ਪੈਰ ਛੱਡ ਦਿੱਤੇ। ਚੌਧਰੀ ਜੋ 4-4 ਜਵਾਨ ਪੁੱਤਰ ਦੱਬ ਕੇ ਵੀ ਆਕੜ ਕੇ ਟੁਰਦਾ ਸੀ, ਉਹ ਆਪ ਟੁਰ ਕੇ ਵੈਦ ਦੀ ਹੱਟੀ ਤੇ ਪਹੁੰਚ ਗਿਆ। ਜੋਗਣ ਸਾਹ ਲੈਣ ਵਾਸਤੇ ਥੋੜੀ ਦੇਰ ਚੁੱਪ ਹੋ ਗਈ। ਸਾਈਂ ਦਾ ਦਿਲ ਲੱਕੇ ਕਬੂਤਰ ਤਰ੍ਹਾਂ ਫੜਕਦਾ ਸੀ ਤੇ ਹੱਥਾਂ ਦੀਆਂ ਉਂਗਲਾਂ ਕੱਚੀ ਮਿੱਟੀ ਅੰਦਰੋਂ ਹੋਰੇ ਕੀ ਲੱਭਦੀਆਂ ਸਨ। ਜਿਹੜੇ ਮਿੱਟੀ ਨਾਲ ਰੁਲ ਕੇ ਮਿੱਟੀ ਹੋ ਜਾਣ ਉਹ ਕਦੀ ਨਹੀਂ ਲੱਭਦੇ। ਬਾਹਰ ਪਖੇਰੂ ਕੂਕਦੇ ਰਹੇ। ਜੋਗਣ ਨੇ ਪਾਣੀ ਪੀਤਾ। ਇੱਕ ਵਾਰੀ ਫੇਰ ਜ਼ਖੀਰੇ ਅੰਦਰ ਬੂਟੇ ਇਸ਼ਕ ਦੇ ਗਵਾਹ ਬਣਨ ਲੱਗੇ। ਦਿਨ ਲੰਘਿਆ, ਸ਼ਾਮ ਤੇ ਫੇਰ ਰਾਤ ਵੀ ਲੰਘ ਗਈ, ਪਰ ਨਿੱਕੀ ਚੁਦਰੈਣ ਦਾ ਤਾਪ ਨਾ ਟੁੱਟਿਆ। ਵੇਦ ਹਕੀਮ ਦੇ ਦਾਰੂ, ਚੁਦਰੈਣ ਦੀਆਂ ਦੁਆਵਾਂ ਤੇ ਚੌਧਰੀ ਦੇ ਸਦਕੇ ਦੇ ਕਾਲੇ ਬੱਕਰੇ ਵੀ ਪਿੰਡੇ ਅੰਦਰੋਂ ਇਸ਼ਕ ਦਾ ਬਲਦਾ ਭੰਬ ਠੰਡਾ ਨਾ ਕਰ ਸਕੇ। 2 ਦਿਹਾੜੇ ਅੰਦਰ ਹੀ ਨਿੱਕੀ ਸਰੋਂ ਦਾ ਫੁੱਲ ਬਣ ਗਈ। ਕਿਸੇ ਨੂੰ ਸਮਝ ਨਹੀਂ ਆਉਂਦਾ ਸੀ ਤਾਪ ਟੁੱਟਦਾ ਕਿਉਂ ਨਹੀਂ। ਵੱਡੀ ਚੁਦਰੈਣ ਨੇ ਸੱਜੇ ਹੱਥ ਦੀਆਂ 4 ਚੂੜੀਆਂ ਕੰਮੀ ਦੀ ਧੀ ਨੂੰ ਸਦਕਾ ਕਰ ਦਿੱਤੀਆਂ ਤੇ ਉਸ ਦੁਪਹਿਰ ਨਿੱਕੀ ਥੋੜਾ ਜਿਹਾ ਹੱਸੀ। ਪਾਣੀ ਮੰਗਿਆ ਤੇ ਮੰਜੀ ਉਤਾਕ ਵਿੱਚ ਉੱਥੇ ਲਵਾਈ ਜਿੱਥੋਂ ਮੋਰੀਆਂ ਅੰਦਰੋਂ ਕੰਮੀਆਂ ਦੇ ਕੋਠੇ ਨਜ਼ਰ ਆਉਂਦੇ ਸਨ।
ਚੁਦਰੈਣ ਨੇ ਲੱਖ ਸ਼ੁਕਰ ਪੜਿਆ ਤੇ ਨਿੱਕੀ ਦੀ ਮੰਜੀ ਉਤਾਕ ਅੰਦਰ ਲੱਗ ਗਈ। ਚੁਦਰੈਣ ਉਸ ਵਾਸਤੇ ਕੱਚੀ ਲੱਸੀ ਦਾ ਪਿਆਲਾ ਲੈ ਕੇ ਸਰਾਣੇ ਆ ਬੈਠੀ। ਨਿੱਕੀ ਬਾਰ-ਬਾਰ ਮੋਰੀਆਂ ਵਿੱਚੋਂ ਬਾਹਰ ਵੇਖਦੀ ਸੀ। ਉਹਦੀ ਨਜ਼ਰ ਆਸ ਦੀ ਤਰੇੜ ਲੈ ਕੇ ਤੱਤੀ ਤੰਦੂਰ ਧਰਤੀ ਤੇ ਪੈਂਦੀ ਤੇ ਨਾ ਉਮੀਦੀ ਨਾਲ ਸੁੱਕ ਜਾਂਦੀ। ਚੁਦਰੈਣ ਸ਼ੀਸ਼ਿਆਂ ਵਾਲੀ ਪੱਖੀ ਝਲਦੀ ਰਹੀ। ਅਹਾਤੇ ਅੰਦਰ ਕੋਈ ਫਕੀਰ ਆ ਗਿਆ। ਪੀਪਲ ਥੱਲੇ ਬਹਿ ਕੇ ਉਹਨੇ ਤਾਣ ਚੁੱਕੀ, ਮੈਂ ਨੀਲ ਕਰਾਈਆਂ ਨੀਲ ਖਾਂ, ਮੇਰਾ ਤਨ ਮਨ ਨੀਲੋ ਨੀਲ। ਨਿੱਕੀ ਦਾ ਕਲੇਜਾ ਮੂੰਹ ਨੂੰ ਆ ਗਿਆ। ਰੰਗ ਪੀਲਾ ਤੇ ਬੁੱਲ ਕਾਲੇ ਹੋ ਗਏ। ਫਕੀਰ ਦੀ ਆਵਾਜ਼ ਸੁਣ ਕੇ ਕਮੀਆਂ ਦੇ ਕੋਠੇ ਅੰਦਰੋਂ ਕੋਈ ਨਿਕਲ ਆਇਆ ਸੀ, ਨਿੱਕੀ ਦਾ ਰਾਂਝਣ। ਜ਼ਮੀਨ ਅਸਮਾਨ ਖਲੋ ਗਏ ਤੇ ਦੁਨੀਆ ਖਾਲੀ ਹੋ ਗਈ। ਪੱਖੀ ਝਲਦੀ ਚੁਦਰੈਣ ਨੇ ਠਟਕ ਕੇ ਵੇਖਿਆ ਕਿ ਨਿੱਕੀ ਦੀ ਅੱਖ ਜੁੜ ਗਈ ਏ। ਉਸਨੇ ਨਜ਼ਰ ਦੀ ਤਾਰ ਪਿੱਛੇ ਵੇਖਿਆ ਤੇ ਦਿਲ ਤੇ ਹੱਥ ਰੱਖ ਕੇ ਉੱਠ ਖਲੋਤੀ, ਹਾਏ ਰੱਬਾ। ਉਹਦੇ ਮੂੰਹ ਤੋਂ ਬਸ ਇਹ ਦੋ ਲਫ਼ਜ਼ ਹੀ ਨਿਕਲੇ। ਉੱਥੇ ਆਖਰ ਕੌਣ ਸੀ ਜਿਹਨੇ ਨਿੱਕੀ ਦੀ ਨਜ਼ਰ ਬੰਨ ਲਈ ਸੀ? ਫਕੀਰ ਨੂੰ ਪਾਣੀ ਪਿਆਂਦਾ ਅਫਜ਼ਲ ਕੰਮੀ ਦਾ ਪੁੱਤਰ। ਦੂਜੇ ਪਿੰਡ ਅੰਦਰ ਚਾਚੇ ਕੋਲ ਰਹਿੰਦਾ ਅਕਬਰ। ਜਿਸ ਦੁਪਹਿਰ ਨਿੱਕੀ ਉਤਾਕ ਦੀਆਂ ਮੋਰੀਆਂ ਅੰਦਰੋਂ ਰਾਂਝਣ ਦੀ ਰਾਹ ਤੱਕਦੀ ਸੀ, ਉਸ ਦੁਪਹਿਰ ਉਹ ਮਾਂ ਪਿਓ ਨੂੰ ਮਿਲਣ ਆਇਆ ਸੀ। ਤੇ ਜਦੋਂ ਨਿੱਕੀ ਨੇ ਵੇਖਿਆ ਤੇ ਲਹੂ ਅੰਦਰ ਵਸਦਾ ਸੋਹਣਾ ਆਪਣੀ ਆਣ ਬਾਣ ਨਾਲ ਸਾਹਮਣੇ ਆਣ ਖਲੋਤਾ। ਪਰ ਸਾਈਂ ਦੁਨੀਆ ਇਸ਼ਕ ਦੀ ਤਕੜੀ ਉੱਤੇ ਜ਼ਾਤ, ਜ਼ਮੀਨ ਤੇ ਕੋਠੇ ਦੇ ਬਾਟ ਭਾਰੇ ਰੱਖਦੀ ਏ। ਚੁਦਰੈਣ ਨੇ ਨਿੱਕੀ ਦੀ ਬਾਹ ਫੜੀ ਤੇ ਅੰਦਰ ਲਾ ਬਿਠਾਈ। ਬੂਹੇ ਬਾਰੀਆਂ ਢੋ ਕੇ ਉਹਨੇ ਨਿੱਕੀ ਅੱਗੇ ਹੱਥ ਜੋੜ ਦਿੱਤੇ। ਨਾ ਕਰ ਨਿੱਕੀ, ਇਹ ਅੱਗ ਹੱਥ ਉੱਤੇ ਲੈਣ ਦੀ ਕੋਸ਼ਿਸ਼ ਨਾ ਕਰ। ਸਾਰਾ ਕੁਝ ਸੜ ਕੇ ਸਵਾਹ ਹੋ ਜਾਣਾ ਏ। ਮੇਰੇ ਕੋਲ ਰਹਿ ਕੀ ਗਿਆ ਏ? ਪੁੱਤਰ ਗਵਾ ਦਿੱਤੇ, ਪਰ ਉਹ ਜ਼ਮੀਨ ਤੇ ਵਾਰੇ ਗਏ, ਬਦਨਾਮੀ ਨਾ ਹੋਈ। ਇਸ਼ਕ ਉੱਤੇ ਧੀ ਵਾਰ ਦਵਾਂ ਤੇ ਜੀਆਂ ਕਿਸ ਤਰ੍ਹਾਂ? ਉਹ ਮੱਥਾ ਕੰਧ ਅੰਦਰ ਮਾਰਨ ਲੱਗੀ, ਪਰ ਨਿੱਕੀ ਜਿਹਨੇ ਰਾਂਝਣ ਵੇਖ ਲਿਆ ਸੀ, ਉਹਦੇ ਕੰਨਾਂ ਅੰਦਰ ਬਸ ਇੱਕ ਆਵਾਜ਼ ਠਹਿਰ ਗਈ ਸੀ, ਮੈਂ ਨੀਲ ਕਰਾਈਆਂ ਨੀਲ ਖਾਂ। ਜੋ ਰੋਗ ਸੀ ਦਵਾ ਵੀ ਉਹੀ ਬਣਿਆ। ਸ਼ਾਮ ਤੱਕ ਤਾਪ ਦਾ ਨਾਂ ਵੀ ਨਾ ਰਿਹਾ ਤੇ ਪੱਲੀ ਚੰਗੀ ਹੋ ਕੇ ਉਹ ਬੜੇ ਦਿਨਾਂ ਬਾਅਦ ਦੀਵੇ ਬਾਲੇ। ਚੌਧਰੀ ਘਰ ਆਇਆ ਤੇ ਚਿੜੀਆਂ ਲਈ ਕਟੋਰੇ ਭਰਦੀ ਨਿੱਕੀ ਨੂੰ ਵੇਖ ਕੇ ਸੁੱਖ ਦਾ ਸਾਹ ਲਿਆ। ਸਦਕੇ ਦੇ ਬੱਕਰੇ ਨਜ਼ਰ ਨਿਆਜ਼ ਭਿਜਵਾਈ ਤੇ ਸਕੂਨ ਨਾਲ ਸੋ ਗਿਆ। ਅਸਲ ਕਿਆਮਤ ਚੁਦਰੈਣ ਉੱਤੇ ਆਈ ਸੀ। ਨਿੱਕੀ ਦਾ ਇਸ਼ਕ ਦੀਵੇ ਦੀ ਲੋ ਨਹੀਂ ਸੀ, ਜੰਗਲ ਦੀ ਅੱਗ ਸੀ। ਤੇ ਜੰਗਲ ਦੀ ਅੱਗ ਕਿਦੋਂ ਤੱਕ ਛੁਪੀ ਰਹਿ ਸਕਦੀ ਹੈ? ਚੁਦਰੈਣ ਨੇ ਪਹਿਰੇ ਬਿਠਾ ਦਿੱਤੇ, ਸਾਏ ਤਰ੍ਹਾਂ ਨਾਲ ਰਹਿੰਦੀ, ਪਰ ਨਿੱਕੀ ਰਾਂਝਣ ਦੀ ਝਲਕ ਕਿਸੇ ਨਾ ਕਿਸੇ ਤਰ੍ਹਾਂ ਵੇਖ ਲੈਂਦੀ ਸੀ। ਚੁਦਰੈਣ ਦੇ ਡਰਾਵੇ, ਦੁਨੀਆ ਦਾ ਖੌਫ ਤੇ ਮੌਤ ਵਰਗਾ ਅੰਜਾਮ ਵੀ ਉਹਨੂੰ ਬਾਜ਼ ਨਾ ਰੱਖ ਸਕੇ। ਪਰ ਰਾਂਝਣ ਉਸ ਤੋਂ ਬੇਖਬਰਾ ਰਿਹਾ। 10 ਜਮਾਤਾਂ ਪੜ੍ਹਨ ਵਾਲਾ ਅਕਬਰ ਇਸ ਰੀਤ ਰਿਵਾਜ ਦਾ ਬੈਰੀ ਸੀ ਜਿਹਨੇ ਇਨਸਾਨਾਂ ਦੀਆਂ ਨਸਲਾਂ ਨੂੰ ਕਮੀ ਕਮੀਨ ਤੇ ਚਾਕਰ ਬਣਾ ਰੱਖਿਆ ਏ। ਉਹ ਪਿੰਡ ਦੇ ਹਾਰੀਆਂ ਕਮੀਆਂ ਦਾ ਪੀਰ ਪੈਗੰਬਰ ਬਣਨਾ ਚਾਹੁੰਦਾ ਸੀ ਸਾਈਂ। ਉਹ ਚਾਹੁੰਦਾ ਸੀ ਜਿਸ ਧਰਤੀ ਨੂੰ ਹਾਰੀ ਵਾਂਦਾ ਏ, ਗਾਂਦਾ ਏ, ਲੋ ਪਸੀਨਾ ਇੱਕ ਕਰਕੇ ਖੇਤੀ ਲਾਂਦਾ ਵਾਢੀਆਂ ਕਰਦਾ ਏ, ਜਦੋਂ ਉਹਨੂੰ ਸਾਂਭਣ ਦਾ ਵੇਲਾ ਆਏ ਤੇ ਚੌਧਰੀ ਦੇ ਭੜੋਲੇ ਨਾ ਫਰਕ। ਹਾਰੀ ਦੇ ਘਰ ਕਣਕ ਜਾਵੇ, ਦਾਣੇ ਉਗਾਉਣ ਵਾਲੇ ਹੱਥ ਤੋਂ ਕਣਕ ਦੇ ਟੋਪਿਆਂ ਲਈ ਚੌਧਰੀ ਅੱਗੇ ਫੈਲਣ। ਪਰ ਸਾਈਂ ਚਾਹ ਕਰਨ ਨਾਲ ਵੀ ਕੁਝ ਹੋਇਆ ਏ। ਹਵੇਲੀ ਅੰਦਰ ਨਿੱਕੀ ਪਾਲਦੀ ਰਹੀ ਤੇ ਹੱਥੇ ਅੰਦਰ ਉਹਦਾ ਰਾਂਝਣ ਦੁਸ਼ਮਣੀਆਂ ਨੂੰ ਪਾਣੀ ਲਾਉਂਦਾ ਰਿਹਾ। ਚੌਧਰੀ ਨੂੰ ਖਬਰ ਹੋਈ ਕਿ ਅਕਬਰ ਆਪਣੀ ਜ਼ਮੀਨ ਦਾ ਰਹਿਣ ਛੁਡਾਉਣਾ ਚਾਹੁੰਦਾ ਏ। 2 ਟਕੇ ਦੇ ਕਮੀ ਦੀ ਹੈ ਜ਼ਰੂਰਤ। ਚੌਧਰੀ ਦੀਆਂ ਅੱਖਾਂ ਖੂਨ ਕਬੂਤਰ ਹੋ ਗਈਆਂ। ਸਿਰ ਫੇਣਾ ਤੇ ਕੋਈ ਔਖਾ ਕੰਮ ਨਹੀਂ ਸੀ, ਪਰ ਉਹਨਾਂ ਦਿਨਾਂ ਜ਼ਮੀਨਾਂ ਦੇ ਮੁਕੱਦਮੇ ਕਚਹਿਰੀ ਦੀਆਂ ਤਰੀਖਾਂ ਨੇ ਕੁਝ ਦਿਨ ਹੱਕ ਮੰਗਣ ਵਾਲੇ ਦੇ ਸਾਹ ਵਧਾ ਦਿੱਤੇ ਤੇ ਚੌਧਰੀ ਸ਼ਹਿਰ ਟੁਰ ਗਿਆ। ਤਰੀਖਾਂ ਭੁਗਤਾ ਕੇ ਕੁਝ ਦਿਨ ਉਹ ਥਕੇਵਾਂ ਲਾਣ ਲਈ ਰੰਗ ਰੰਗੀਲੀਆਂ ਗੁੱਡੀਆਂ ਚਾੜਦਾ ਰਿਹਾ ਤੇ 1 ਮਹੀਨੇ ਬਾਅਦ ਜਦੋਂ ਉਹ ਹਵੇਲੀ ਅੰਦਰ ਪੈਰ ਧਰਿਆ ਤੇ ਚੁਦਰੈਣ ਉੱਤੋਂ ਹੋਰੇ ਵਰੇ ਲੰਘ ਗਏ ਸਨ। ਵਾਲ ਚਿੱਟੇ ਤੇ ਕਸੀ ਹੋਈ ਚੁਦਰੈਣ ਦਿਨਾਂ ਅੰਦਰ ਢਲ ਗਈ ਸੀ। ਨਾ ਸਤਲੜਾ, ਨਾ ਰਾਣੀ ਹਾਰ, ਨਾ ਮਰੀਦੇ, ਨਾ ਪੰਜਾਗੜਾ, ਮਸਲੇ ਦਸਲੇ ਕੱਪੜੇ, ਨਾ ਸੱਕ ਨਾ ਸੁਰਮਾ। ਤੈਨੂੰ ਕੀ ਹੋਇਆ ਭਾਗਾਂ ਵਾਲੀਏ? ਚੌਧਰੀ ਨੇ ਹੱਸ ਕੇ ਪੁੱਛਿਆ ਤੇ ਉਹਨੇ ਚੌਧਰੀ ਦੀ ਬਾਹ ਫੜੀ ਤੇ ਨਿੱਕੀ ਦੇ ਬੂਹੇ ਦੀ ਦਹਲੀਜ਼ ਤੇ ਲੈ ਆਈ। ਨਿੱਕੀ ਨੂੰ ਬਚਾ ਲਾ ਚੌਧਰੀ। ਉਹ ਜ਼ਮੀਨ ਤੇ ਬਹਿ ਕੇ ਚੌਧਰੀ ਦੇ ਪੈਰ ਫੜ ਲਏ। ਚੌਧਰੀ ਨੂੰ ਉਸਦਾ ਵਾਬੇਲਾ ਤੇ ਸਮਝ ਨਾ ਆਇਆ, ਪਰ ਨਿੱਕੀ ਦਾ ਪਿੰਜਰ ਵਰਗਾ ਪਿੰਡਾ ਵੇਖ ਕੇ ਉਹਦੀ ਜਾਨ ਟਿਕਟਕੀ ਤੇ ਬਨ ਗਈ। ਉਹ ਪਛਾਣੀ ਨਾ ਗਈ। ਸਰਾਣੇ ਉੱਤੇ ਇੱਕ ਸੁੱਕੀ ਚਿੜੀ ਪਈ ਸੀ। ਜਾਨ ਹੋਰੇ ਚੁੰਝ ਅੰਦਰ ਫਸੀ ਹੋਈ ਸੀ। ਚੌਧਰੀ ਨੇ ਲਾਡਲੀ ਦਾ ਹਾਲ ਵੇਖਿਆ ਤੇ ਸਿਰ ਤੇ ਬਾਹ ਰੱਖ ਕੇ ਉਨੀ ਪੈਰਾਂ ਤੇ ਬੈਠ ਗਿਆ। ਚੁਦਰੈਣ ਉਸ ਰਾਜ਼ ਨੂੰ ਸਾਂਭ ਕੇ ਥੱਕ ਟੁੱਟ ਗਈ ਸੀ। ਜਾਨੋ ਜਾਂਦੀ ਧੀ ਦੇ ਇਸ਼ਕ ਦੀ ਖਬਰ ਕੀਤੇ ਬਿਨਾਂ ਚਾਰਾ ਨਾ ਰਿਹਾ ਕਿ ਨਿੱਕੀ ਉਸ ਤਰੇੜ ਖਾਦੇ ਕੁੱਜੇ ਤਰ੍ਹਾਂ ਹੋ ਗਈ ਸੀ, ਜਿਸ ਦੀ ਤਰੇੜ ਦਿਸੇ ਤੇ ਨਾ, ਪਰ ਅੰਦਰ ਭਰਿਆ ਪਾਣੀ ਹੌਲੇ ਹੌਲੇ ਵਗਦਾ ਜਾਵੇ। ਉਸ ਤਰੇੜੀ ਸਰਾਹੀ ਅੰਦਰੋਂ ਹਯਾਤੀ ਦਾ ਪਾਣੀ ਰਿਸ ਰਿਸ ਕੇ ਅੱਖਾਂ ਦੀ ਰਾਹ ਵਗਦਾ ਰਿਹਾ। ਚੌਧਰੀ, ਮੈਂ ਬੜਾ ਸਮਝਾਇਆ ਇਸ ਨਮਾਲੀ ਨੂੰ, ਬਹੁਤ ਆਖਿਆ ਕਿ ਕਮੀਆਂ ਕਮੀਨਾਂ ਨਾਲ ਇਸ਼ਕ ਦੀ ਬਾਜ਼ੀ ਨਹੀਂ ਲਾਈਦੀ। ਇਹ ਕਾਮੇ ਨੇ ਪੈਰਾਂ ਦੀ ਧੂਲ ਤੇ ਪੈਰਾਂ ਦੀ ਧੂਲ ਨੂੰ ਮੱਥੇ ਕੌਣ ਲਾਉਂਦਾ ਏ?
ਮੈਂ ਬਹੁਤ ਸਮਝਾਇਆ ਪਰ ਇਸ ਤੱਤੀ ਨੇ ਮਰਨ ਦੀ ਕਸਮ ਖਾ ਲਈ ਏ। ਚੌਧਰੀ ਮੈਂ ਉਤਾਕ ਦੀਆਂ ਮੋਰੀਆਂ ਬੰਦ ਕਰਾਈਆਂ ਤੇ ਐ ਸ਼ੁੱਧੀ ਸਾਹ ਬੰਦ ਕਰਨ ਤੁੱਲ ਗਈ। ਐ ਮੇਰੀ ਧੀ ਨੂੰ ਬਚਾ ਲਾ ਚੌਧਰੀ। ਉਹ ਮੰਜੀ ਦੀ ਪੱਟੀ ਨਾਲ ਸਰ ਟਕਰਾਉਣ ਲੱਗੀ ਤੇ ਚੌਧਰੀ ਜ਼ਮੀਨ ਉੱਤੇ ਮਿੱਟੀ ਦੇ ਬਾਵੇ ਤਰ੍ਹਾਂ ਬੈਠਾ ਰਿਹਾ। ਚੁਦਰੈਣ ਨੇ ਰੋ ਰੋ ਕੇ ਸਾਰਾ ਹਾਲ ਕਹਿ ਸੁਣਾਇਆ। ਬੜੀ ਦੇਰ ਲੰਘ ਗਈ, ਆਖਰੋਂ ਉੱਠਿਆ, ਅੱਖਾਂ ਬੰਦ ਕਰਕੇ ਪਈ ਧੀ ਦਾ ਮੱਥਾ ਚੁੰਮਿਆ ਤੇ ਬਾਹਰ ਨਿਕਲ ਗਿਆ। ਚੁਦਰੈਣ ਨਿੱਕੀ ਦੇ ਪੈਰਾਂ ਉੱਤੇ ਗਿੱਲਾ ਕੱਪੜਾ ਫੇਰਦੀ ਰਹੀ। ਕਿਸੇ ਵੇਖਿਆ ਹੀ ਨਹੀਂ। ਹਵੇਲੀ ਦੀ ਦਹਲੀਜ਼ ਉੱਤੇ ਰਾਤੋਂ ਰਾਤ ਕਲਰ ਚੜ ਆਇਆ ਸੀ ਤੇ ਪੂਰੀ ਰਾਤ ਹਾਤੇ ਅੰਦਰ ਫਕੀਰ ਤਾਨ ਲਾਂਦਾ ਸੀ, ਮੇਰਾ ਤਨ ਮਨ ਨੀਲੋ ਨੀਲ। ਨਿੱਕੀ ਦੀ ਅੱਖ ਬਸ ਫਕੀਰ ਦੀ ਆਵਾਜ਼ ਨਾਲ ਖੁੱਲਦੀ ਸੀ ਤੇ ਬੁੱਲ ਹੌਲੇ ਹੌਲੇ ਹਲਦੇ ਰਹਿੰਦੇ, ਅੱਜ ਮੁਨਸਿਫ ਹੋ ਜਾ ਸੋਹਣਿਆ, ਮੈਂ ਕੀਤਾ ਇਸ਼ਕ ਵਕੀਲ। ਪਰ ਸਈ ਇਸ਼ਕ ਵਕੀਲ ਨੇ ਕਿਸੇ ਪਾਰ ਵੀ ਉਤਾਰਿਆ। ਸਾਰਿਆਂ ਨੂੰ ਡੁਬੋਇਆ ਏ, ਸੂਲੀ ਚਾੜਿਆ ਏ ਤੇ ਮੇਖਾਂ ਠਕਵਾਈਆਂ ਨੇ। ਚੌਧਰੀ ਨੂੰ ਵਾਪਸ ਆਏ 4 ਦਿਨ ਲੰਘੇ ਤੇ ਇੱਕ ਰਾਤ ਕਮੀਆਂ ਦੇ ਹਾਤੇ ਅੰਦਰ ਅੱਗ ਲੱਗ ਗਈ। ਅਸ਼ਰਫ ਗਾਮਾ ਤੇ ਹੁਸੈਨ ਦੀ ਜਾਨ ਬਚ ਗਈ, ਪਰ ਅਫਜ਼ਲ ਦਾ ਪੂਰਾ ਟੱਬਰ, ਨਿੱਕੀ ਦਾ ਰਾਂਝਣ ਕੋਠੇ ਅੰਦਰ ਸੜ ਕੇ ਸੁਆਹ ਹੋ ਗਏ। ਉਹ ਕਿਸ ਤਰ੍ਹਾਂ ਬਚਦੇ ਸਈ? ਉਹਨਾਂ ਨੂੰ ਤੇ ਬੰਨਿਆ ਗਿਆ ਸੀ। ਅੱਗ ਬੁਝਾਉਣ ਲਈ ਪਾਣੀ ਪਾਣ ਦੀ ਇਜਾਜ਼ਤ ਚੌਧਰੀ ਨੇ ਕਿਸੇ ਨਾ ਦਿੱਤੀ ਤੇ ਇਸ਼ਕ ਦਾ ਦੀਵਾ ਬੇਗੁਨਾਹਾਂ ਦੀ ਚਿਤਾ ਸਾੜਦਾ ਰਿਹਾ। ਨਿੱਕੀ ਦੇ ਇਸ਼ਕ ਨੇ ਬੇਗੁਨਾਹਾਂ ਦੀ ਜਾਨ ਲੈ ਲਈ। ਰਾਂਝਣ ਨੂੰ ਖਬਰ ਵੀ ਨਾ ਹੋਈ ਕਿ ਉਸ ਦੀ ਜਾਨ ਲੈਣ ਵਾਲੀ ਅੱਗ ਹੀਰ ਦੇ ਦੀਵੇ ਅੰਦਰ ਬਲਦੀ ਸੀ। ਹਾਏ ਸਾਈਂ, ਬੇਖਬਰਾ ਹੀ ਮਰ ਗਿਆ। ਜੋਗਣ ਦੀ ਆਵਾਜ਼ ਅੰਦਰ ਮਰਨ ਵਾਲਿਆਂ ਦੀਆਂ ਬੇਬਸ ਚੀਕਾਂ ਕੁਰਲਾਣ ਲੱਗੀਆਂ ਤੇ ਸਾਈਂ ਨੀਲੋ ਨੀਲ ਬੁੜਬੁੜਾਣ ਲੱਗਿਆ। ਪਖੇਰੂ ਹੁਣ ਕੁਰਲਾਉਂਦੇ ਸੀ ਤੇ ਸੂਰਜ ਨੀਵਾਂ ਹੋ ਕੇ ਡੁੱਬਣ ਦੇ ਕਿਨਾਰੇ ਪਹੁੰਚਣ ਵਾਲਾ ਸੀ। ਸਾਈਂ ਦੀਆਂ ਉਂਗਲਾਂ ਨੇ ਧਰਤੀ ਅੰਦਰ ਮੋਰੀਆਂ ਕਰਨੀਆਂ ਸਨ ਹੋਰੇ। ਜੋਗਣ ਨੇ ਚੱਦਰ ਦੇ ਕੋਨੇ ਨਾਲ ਬੰਨੇ ਅਥਰੂ ਕੱਚੀ ਮਿੱਟੀ ਤੇ ਰੋੜ ਦਿੱਤੇ। ਕੁਝ ਦੇਰ ਚੁੱਪ ਦਾ ਠੀਪਾ ਘੁਮਾਉਂਦੀ ਰਹੀ। ਸਾਈਂ ਮੇਰਾ ਤਨ ਮਨ ਨੀਲੋ ਨੀਲ ਦਾ ਜਾਪ ਕਰਦਾ ਰਿਹਾ। ਨਿੱਕੀ ਦੇ ਉਤਾਕ ਅੰਦਰ ਬੱਲਣ ਵਾਲਾ ਦੀਵਾ ਮੜੀਆਂ ਦਾ ਦੀਵਾ ਬਣ ਗਿਆ। ਸਾਈਂ ਜੋਗਣ ਨੇ ਕਿੱਸੇ ਦਾ ਭਾਰ ਲਾਣ ਲਈ ਫੇਰ ਬੋਲਣਾ ਸ਼ੁਰੂ ਕੀਤਾ। ਸਵੇਰ ਹੋਈ ਤੇ ਪਿੰਡ ਦੀ ਹਵਾ ਅੰਦਰ ਸੜੇ ਮਾਸ ਦੀ ਬੋ ਸੀ। ਸਾਈਂ ਚੌਧਰੀ ਨੇ ਹੱਕ ਮੰਗਣ ਵਾਲੇ ਨੂੰ ਧੀ ਦੇ ਇਸ਼ਕ ਦੀ ਭੇਂਟ ਚੜਾ ਦਿੱਤਾ ਸੀ। ਹੁਣ ਉਤਾਕ ਦੀਆਂ ਮੋਰੀਆਂ ਬੰਦ ਕਰਨ ਦਾ ਕੀ ਜਵਾਬ? ਉਸਨੇ ਸਾਰੀਆਂ ਮੋਰੀਆਂ ਖੁਲਵਾ ਦਿੱਤੀਆਂ। ਹਾਤਾ ਸ਼ਮਸ਼ਾਨ ਤਰ੍ਹਾਂ ਲੱਗਦਾ ਸੀ। ਨਿੱਕੀ ਦੇ ਕੰਨ ਖਬਰ ਪਈ ਤਾਂ ਉਸਨੇ ਅੱਖ ਖੋਲ ਕੇ ਚੁਦਰੈਣ ਵੱਲ ਵੇਖਿਆ। ਅੱਜ ਮੁਨਸਫ ਹੋ ਜਾ ਸੋਹਣਿਆ। ਬਸ ਇਹ ਬੋਲ ਕੇ ਉਸ ਮਾਂ ਵੱਲ ਪੈਂਡ ਕਰ ਲਈ। ਬੇਬੇ ਮੇਰੇ ਉੱਤੇ ਚੱਦਰ ਪਾ ਦੇ ਤੇ ਬੂਹਾ ਢੋ ਜਾਈ। ਚੁਦਰੈਣ ਨੇ ਚੱਦਰ ਪਾਈ। ਕੁਝ ਦੇਰ ਉਹਦੇ ਵਾਲਾਂ ਤੇ ਹੱਥ ਫੇਰਦੀ ਰਹੀ। ਨਿੱਕੀ ਦੀ ਚਮੜੀ ਅੰਦਰੋਂ ਹੱਡੀਆਂ ਖੁਰਦੀਆਂ ਨਜ਼ਰ ਆਉਂਦੀਆਂ ਸਨ। ਚੁਦਰੈਣ ਨੇ ਮੱਥਾ ਚੁੰਮਿਆ ਤੇ ਮਰਗ ਦੀ ਠੰਡ ਉਹਦੇ ਕਲੇਜੇ ਅੰਦਰ ਉਤਰ ਗਈ। ਬੇਬੇ ਚਲੀ ਜਾ, ਨਿੱਕੀ ਨੇ ਠਹਿਰ ਠਹਿਰ ਕੇ ਆਖਿਆ ਤੇ ਚੁਦਰੈਣ ਬਾਹਰ ਨਿਕਲ ਗਈ। ਉਹ ਰਾਤ ਮੌਤ ਨੂੰ ਨਾਲ ਲਿਆਈ ਸੀ। ਚੌਧਰੀ ਉੱਚੇ ਪਲੰਗ ਤੇ ਸੁੱਤਾ ਰਿਹਾ ਤੇ ਚੁਦਰੈਣ ਪੂਰੀ ਰਾਤ ਪਿਛਲ ਪੈਰੀ ਤਰ੍ਹਾਂ ਹਵੇਲੀ ਦੇ ਵਿਹੜੇ ਤੇ ਉਤਾਕ ਅੰਦਰ ਫਿਰਦੀ ਰਹੀ। ਪੂਰੀ ਰਾਤ ਸੜਦੇ ਹੋਏ ਹਾਤੇ ਅੰਦਰ ਕੁੱਤੇ ਰੋਂਦੇ ਰਹੇ। ਬੋਮ ਹਵੇਲੀ ਦੇ ਚੁਬਾਰੇ ਉੱਤੇ ਬੋਲਦਾ ਰਿਹਾ। ਦੁਆਵਾਂ ਕਬੂਲ ਹੋਏ ਬਗੈਰ ਹਵੇਲੀ ਦੇ ਖੂਹ ਅੰਦਰ ਡੁੱਬ ਗਈਆਂ। ਸੂਰਜ ਨੇ ਅੱਖ ਖੋਲੀ ਤੇ ਚੁਦਰੈਣ ਦੀਆਂ ਚੀਕਾਂ ਨੇ ਮੰਡੇਰ ਤੇ ਬੈਠੀਆਂ ਚਿੜੀਆਂ ਉਡਾ ਦਿੱਤੀਆਂ। ਨਿੱਕੀ, ਮੇਰੀ ਨਿੱਕੀ। ਚੁਦਰੈਣ ਮੂੰਹ ਸਿਰ ਪੁੱਟ ਰਹਿ ਗਈ। ਪਿੰਜਰਾ ਟੁੱਟ ਗਿਆ ਸੀ ਤੇ ਸਾਹ ਛੁੱਟ ਗਏ ਸੀ। ਚੌਧਰੀ ਨੂੰ ਖਬਰ ਹੋਈ ਤੇ ਉਹ ਹੱਸਣ ਲੱਗਿਆ। ਹੱਸਦਾ ਰਿਹਾ। ਖਬਰ ਕਰਨ ਵਾਲਾ ਰੋਣ ਲੱਗਾ ਪਰ ਚੌਧਰੀ ਹੱਸਦਾ ਰਿਹਾ। ਨਿੱਕੀ ਦਾ ਗੁਸਲ ਵਾਸਤੇ ਪਾਣੀ ਗਰਮ ਹੋਣ ਲੱਗਾ ਤੇ ਚੁਦਰੈਣ ਨੇ ਵੇਖਿਆ ਉਹਦੇ ਸੱਜੇ ਹੱਥ ਦੀ ਮੁੱਠੀ ਅੰਦਰ ਸਵਾਹ ਸੀ, ਪਰ ਉਹ ਨਿੱਕੀ ਦੀ ਮੁੱਠੀ ਅੰਦਰ ਕਿਸ ਤਰ੍ਹਾਂ ਆਈ? ਗੁਸਲ ਦਿੰਦਿਆਂ ਉਹ ਸੋਚਦੀ ਰਹੀ। ਪੂਰਾ ਪਿੰਡਾ ਨੀਲੋ ਨੀਲ ਸੀ, ਕਿਸ ਤਰ੍ਹਾਂ? ਉਹ ਕੰਧਾਂ ਨੂੰ ਜੱਫੇ ਪਾ ਕੇ ਪੁੱਛਦੀ ਰਹੀ ਪਰ ਜਵਾਬ ਨਾ ਲੱਭਿਆ। ਰਾਂਝਣ ਨੂੰ ਵੇਖ ਕੇ ਸੂਲੀ ਚੜਨ ਵਾਲੀ ਨੂੰ ਜਦੋਂ ਦੱਬਣ ਦਾ ਵੇਲਾ ਆਇਆ ਤੇ ਸਾਈਂ ਜਨਾਜ਼ੇ ਦੀ ਮੰਜੀ ਦੇ ਉੱਤੇ ਚਿੜੀਆਂ ਕਾਂ ਉੱਡਦੇ ਸਨ, ਜਿਨ੍ਹਾਂ ਨੂੰ ਉਹ ਭੋਰੇ ਪਾਉਂਦੀ ਪਾਣੀ ਪਿਆਂਦੀ ਸੀ। ਉਹ ਉਹਨੂੰ ਛੱਡਣ ਆਏ ਸਨ। ਮਿੱਟੀ ਉੱਤੇ ਮਿੱਟੀ ਪਾ ਕੇ ਸਭ ਮੁੜ ਆਏ। ਸਾਈਂ ਬਸ ਹਵੇਲੀ ਅੰਦਰ ਹਿਆਤੀ ਮੁੜਨਾ ਆਈ। ਕੁਲਾਂ ਤੋਂ ਪਹਿਲਾਂ ਅੱਧਾ ਵੇੜਾ ਕਲਰਾਠੀ ਹੋ ਗਿਆ ਤੇ ਖੂਹ ਖਾਰਾ। ਬੂਟੇ ਸੁੱਕਦੇ ਗਏ। ਚਿੜੀਆਂ ਨੇ ਹਵੇਲੀ ਦੀ ਮੰਡੇਰ ਆਪਣੇ ਲਈ ਹਰਾਮ ਕਰ ਲਈ। ਨਿੱਕੀ ਨੂੰ ਮੋਏ 40 ਦਿਨ ਵੀ ਨਾ ਹੋਏ ਸਨ। ਸਾਈਂ ਚੌਧਰੀ ਨੇ ਖੂਹ ਅੰਦਰ ਛਾਲ ਮਾਰ ਲਈ। ਲੋਕੀ ਆਖਦੇ ਸਨ ਚੌਧਰੀ ਦੇ ਹੱਥ ਵਿੱਚ ਨਿੱਕੀ ਦੀ ਚੁੰਨੀ ਸੀ ਜਦੋਂ ਉਹਨੂੰ ਖੂਹ ਅੰਦਰੋਂ ਕੱਢਿਆ। ਜੋਗਨ ਨੇ ਰੋਟੀਆਂ ਵਾਲਾ ਰੁਮਾਲ ਚੁੱਕ ਲਿਆ। ਚੁਦਰੈਣ ਨੇ ਅੱਖਾਂ, ਗਮ, ਅਥਰੂ ਸਭ ਨਿੱਕੀ ਨਾਲ ਦਫਨਾ ਦਿੱਤੇ ਸਨ। ਉਹ ਚੌਧਰੀ ਦੀ ਮਈਅਤ ਤੇ ਨਾ ਰੋਈ ਨਾ ਬੈਨ ਕੀਤੇ, ਬਸ ਚੁੱਪ ਚਪੀਤੀ ਕਲਰ ਉੱਤੇ ਹੱਥ ਫੇਰਦੀ ਰਹੀ ਜੋ ਹੁਣ ਉਂਗਲ ਉੱਚਾ ਹੋ ਗਿਆ ਸੀ। ਬਾਅਦ ਦਾ ਕਿੱਸਾ ਬੜਾ ਹੀ ਸਿੱਧਾ ਸਾਦਾ ਸੀ। ਜਿਸ ਜ਼ਮੀਨ ਨੂੰ ਚੌਧਰੀ ਨੇ ਗਰੀਬਾਂ ਹਾਰੀਆਂ ਦੇ ਸੰਗੀ ਅੰਗੂਠਿਆਂ ਦੇ ਕੇ ਕਬਜ਼ਾਇਆ ਸੀ, ਉਹ ਜਵਾਈਆਂ ਨੇ ਰੇਵੜੀਆਂ ਤਰ੍ਹਾਂ ਵੰਡ ਲਈ ਤੇ ਕਣਕਾਂ ਦੇ ਪਰੇ ਭੜੋਲਿਆਂ ਨੂੰ ਕੀੜੇ ਖਾ ਗਏ। ਸਭ ਵੰਡਿਆ ਗਿਆ ਤੇ ਚੁਦਰੈਣ ਨੂੰ ਵੀ ਇੱਕ ਜਵਾਈ ਰਹਿਮ ਖਾ ਕੇ ਨਾਲ ਲੈ ਗਿਆ। ਬਸ ਇੱਕ ਉਹ ਹਵੇਲੀ ਰਹਿ ਗਈ ਜਿੱਥੇ ਸਿਰਫ ਕਲਰ ਹੀ ਕਲਰ ਦਾ ਰਾਜ ਹੋ ਗਿਆ। ਜਿਸ ਉਤਾਕ ਅੰਦਰ ਨਿੱਕੀ ਦੀਵੇ ਬਾਲਦੀ ਸੀ, ਉਸ ਦੀਆਂ ਕੰਧਾਂ ਨੂੰ ਰਾਤੋਂ ਰਾਤ ਕਲਰ ਖਾ ਗਿਆ। ਲਾਲ ਇੱਟਾਂ ਤੇ ਕਫਨ ਵਰਗੇ ਚਿੱਟੇ ਲੂਣ ਦੀ ਤਹਿ ਚੜ੍ਹਦੀ ਗਈ ਸਾਈ। ਮਰਗ ਦੇ ਸਾਏ ਧਮਾਲਾਂ ਪਾਉਂਦੇ ਸਨ ਤੇ ਫਕੀਰ ਮੈਂ ਕੀਤਾ ਇਸ਼ਕ ਵਕੀਲ ਬੈਨ ਕਰਨ ਤਰ੍ਹਾਂ ਗਾਉਂਦਾ ਸੀ। ਇਸ਼ਕ ਨੇ ਉਜਾੜ ਹੀ ਉਜਾੜ ਕੀਤਾ ਸਾਈ। ਚੌਧਰੀ ਦੀ ਢੇਰੀ ਨੂੰ ਵੀ ਕਲਰ ਖਾ ਗਿਆ।
ਸਾਈਂ ਕੁਝ ਨਹੀਂ ਬਚਿਆ। ਲੂਣ ਖੁਰੇ ਅਥਰੂ ਸਾਰੇ ਮਿੱਠੇ ਖੂਹ ਖਾਰੇ ਕੀਤੇ। ਆਵਾਂ ਸਿਸਕੀਆਂ ਦੇ ਜ਼ਹਿਰ ਨੇ ਹਰ ਬੂਟਾ ਸੁਖਾਇਆ। ਸਾਈਂ ਐ ਦੱਸ ਇਸ਼ਕ ਕਿਸ ਨੂੰ ਵਸਾਇਆ। ਜੋਗਣ ਨੇ ਖੜਾ ਇੱਕ ਪਾਸੇ ਰੱਖਿਆ ਤੇ ਜਾਣ ਲਈ ਉੱਠ ਖਲੋਤੀ। ਜਾ ਜੋਗਣ, ਸ਼ਾਮਾਂ ਪੈ ਗਈਆਂ, ਦੀਵਾ ਬਾਲ ਕੇ ਜੋਗੀ ਦੀ ਰਾਹ ਵੇਖ, ਪਰ ਐ ਨਾ ਆਖ ਕੇ ਇਸ਼ਕ ਸਭ ਉਜਾੜਿਆ। ਸਾਈਂ ਭੜਕਦੀ ਆਵਾਜ਼ ਨਾਲ ਆਖਿਆ, ਹਵੇਲੀ ਨੂੰ ਇਸ਼ਕ ਨੇ ਨਹੀਂ ਉਜਾੜਿਆ ਜੋਗਣ, ਉਜਾੜਿਆ ਜ਼ੁਲਮ ਨੇ, ਨਾ ਇਨਸਾਫੀ ਤੇ ਬੇਰਹਿਮੀ ਨੇ, ਗਰੀਬਾਂ ਦੀਆਂ ਆਵਾਂ ਨੇ ਉਜਾੜਿਆ, ਬੇਗੁਨਾਹਾਂ ਦੇ ਸੜਦਿਆਂ ਪਿੰਡਿਆਂ ਨੇ ਤੇ ਜ਼ਾਤ ਸ਼ਾਨ ਦੀਆਂ ਬਾਟਾਂ ਨੇ ਉਜਾੜਿਆ। ਸਾਈਂ ਕੰਧ ਨਾਲ ਸਿਰ ਮਾਰਨ ਲੱਗਿਆ। ਜੇ ਇਸ਼ਕ ਉਜਾੜ ਕਰਦਾ ਤੇ ਜੋਗਣ ਸਰੋਟਾ ਅੰਦਰ ਨਿੱਕੀ ਦੀ ਢੇਰੀ ਨੂੰ ਵੀ ਕਲਰ ਖਾਂਦਾ। ਪਰ ਜਾ ਕੇ ਵੇਖ ਲੈ, ਉਹਦੀ ਢੇਰੀ ਸਲਾਮਤ ਹੈ ਜੋਗਣ, ਤੇ ਦੀਵਾ ਕਦੀ ਨਹੀਂ ਗੁੱਲ ਹੋਇਆ। ਇਸ਼ਕ ਸਲਾਮਤੀ, ਸਦਾ ਸਲਾਮਤੀ ਹੈ ਜੋਗਣ, ਜਾ ਦੀਵਾ ਬਾਲ। ਸਾਈਂ ਨੇ ਬਾਹਾਂ ਉੱਚੀਆਂ ਕਰ ਲਈਆਂ। ਸਾਈਂ ਤੈਨੂੰ ਕਿਸ ਤਰ੍ਹਾਂ ਪਤਾ? ਜੋਗਣ ਚੰਬੇ ਨਾਲ ਪੁੱਛਿਆ। ਸਾਈਂ ਨੇ ਗੁਦਰੀ ਫਰੋਲ ਕੇ ਇੱਕ ਤਾਰਾ ਕੱਢਿਆ ਤੇ ਸਰੋਟਾ ਅੰਦਰ ਡੁੱਬਦੀ ਸ਼ਾਮ ਵਿੱਚ ਕੁਰਲਾਂਦੀ ਸਾਈਂ ਦੀ ਆਵਾਜ਼ ਅੰਦਰ ਨਿੱਕੀ ਗਾਉਣ ਲੱਗੀ, ਮੈਂ ਨੀਲ ਕਰਾਈਆਂ ਨੀਲ ਕਾਂ, ਮੇਰਾ ਤਨ ਮਨ ਨੀਲੋ ਨੀਲ। ਜੋਗਣ ਬਾਹਰ ਆ ਗਈ। ਸ਼ਾਮਾਂ ਪੈ ਗਈਆਂ ਸਨ ਤੇ ਉਹਨੇ ਦੀਵਾ ਬਾਲਣਾ ਸੀ। ਸਾਈਂ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ, ਮੈਨੂੰ ਹਿਜਰ ਦੀ ਸੂਲੀ ਚਾੜਿਆ, ਮੇਰੀ ਇੱਕ ਨਾ ਸੁਣੀ ਦਲੀਲ। ਜੋਗਣ ਦੇ ਪੈਰ ਤੇਜ਼-ਤੇਜ਼ ਪੈਣ ਲੱਗੇ। ਸਾਈਂ ਦੀ ਆਵਾਜ਼ ਹੁਣ ਘੁੱਟ ਗਈ ਸੀ। ਅੱਜ ਮੁਨਸਫ ਹੋ ਜਾ ਸੋਹਣਿਆ। ਸਰੋਟਾਂ ਤੋਂ ਬਾਹਰ ਨਿਕਲ ਕੇ ਉਸਨੇ ਮੁੜ ਕੇ ਵੇਖਿਆ, ਨਿੱਕੀ ਦੀ ਢੇਰੀ ਉੱਤੇ ਦੀਵਾ ਬਲ ਰਿਹਾ ਸੀ। ਮੈਂ ਕੀਤਾ ਇਸ਼ਕ ਵਕੀਲ। ਜੋਗਣ ਨੇ ਸਾਈਂ ਨਾਲ ਆਵਾਜ਼ ਲੜਾਈ ਤੇ ਤੇਜ਼ ਪੈਰਾਂ ਨਾਲ ਪਿੰਡ ਦੀ ਰਾਹ ਵੱਲ ਮੁੜ ਗਈ। ਸਾਈਂ ਗਾਉਂਦਾ ਰਿਹਾ, ਮੜੀਆਂ ਦੇ ਦੀਵੇ ਬਲਦੇ ਰਹੇ।